बिस्मिल्लाहिर्रहमानिर्रहीम। अस्सलामु अलैकुम वरहमतुल्लाहि वबरकातुहू। औकात टीवी में अब्दुल जब्बार अंसारी हाजिर। मैं आज आपको दूसरी जंग अजीम के उस अजीम सिपाही की कहानी सुनाने जा रहा हूं जिन्होंने 11-12 साल की उम्र में ब्रिटिश आर्मी ज्वाइन की। कैसे एक मेम उनकी क्लास में आई, वो 5वीं क्लास में पढ़ते थे। वो मेम ने उनको अपनी गोद में बिठाया, चिकनी चुपड़ी बातें की, चॉकलेट खिलाई और उस अजीम सिपाही को ब्रिटिश आर्मी ज्वाइन करने पर आमादा कर लिया। ये सारी स्टोरी देखते हैं हमारी इस वीडियो में। हाँ जी, बिस्मिल्लाहिर्रहमानिर्रहीम। अच्छा अबू ये दसियो सब तो पहला कि कित्थे तुहाडी पैदाइश कित्थे दी है? ते मलेरकोटले दी। ते ओहदे तो बाद फिर जगराओं आ गया। अपना असली शहर में जेड़ा शहर सी वो जगराओं सी, तहसील जगराओं, जिला लुधियाना। अच्छा, तो फिर तुसी फौज किन्ने साल दी उम्र गए? 11 साल दी। ते ਉਹ ਇੰਨੇ ਛੋਟੇ ਬੱਚੇ ਭਰਤੀ ਕਰ ਲੈਂਦੇ ਸੀ? ਉਹਨੂੰ ਅਸਲ ਤੇ ਕਰਦੇ ਸੀ ਬੁਆਏ ਤੋਂ ਮੇਰੀ ਜਾਨ ਠੀਕ ਸੀ, ਜਾਨੀ ਉਹ ਅਸਲ ਲੜਾਈ ਦੇ ਵਿੱਚ ਬੜਾ ਬੰਦਾ ਉਹਨਾਂ ਨੂੰ ਮਿਲਦਾ ਨਹੀਂ ਸੀ। 1943 ਦਾ ਬਾਅਦ ਸੀ ਇਹ। ਫਿਰ ਅੰਗਰੇਜ਼ਾਂ ਨੇ ਇਹ ਕੀਤਾ ਸੀ ਕਿ ਇਹਨਾਂ ਨੂੰ ਬੱਚੇ ਬੁਆਏ ਭਰਤੀ ਕਰੋ। ਉਹ ਫਿਰ ਸਕੂਲਾਂ ਜਾਂਦੇ ਸੀ, ਮੈਂ ਸਕੂਲ 'ਚ ਸੀ, ਉਹ 5ਵੀਂ ਜਮਾਤ 'ਚ ਪੜ੍ਹਦਾ ਸੀ। ਅੰਗਰੇਜ਼ ਔਰਤ ਆਈ ਤੇ ਦੋ ਨਾਲ ਆਪਣੇ ਸੀ, ਉਦੋਂ ਹਿੰਦੁਸਤਾਨੀ ਹੁੰਦਾ ਸੀ, ਇੱਕ ਸਿੱਖ ਸੀ ਤੇ ਇੱਕ ਉਹਦੇ ਨਾਲ ਮੋਨਾ ਹਿੰਦੁਸਤਾਨੀ ਹੋਣਾ। ਉਹ ਆਏ ਤਾਂ ਨਾਲ ਇੱਕ ਉਦੋਂ ਮੇਮ ਕਹਿੰਦੇ ਹੁੰਦੇ ਸੀ। ਇਹਨਾਂ ਮੇਮਾਂ ਜਿਹੜੀਆਂ ਅੰਗਰੇਜ਼ਾਂ ਦੀਆਂ ਔਰਤਾਂ ਸੀ ਨਾ, ਇਹਨਾਂ ਨੂੰ ਮੇਮਾਂ ਕਹਿੰਦੇ ਸੀ। ਉਹ ਸਾਡੀ ਉਹਨਾਂ ਸਾਰੀ ਕਲਾਸ 'ਚੋਂ ਮੈਂ ਕੱਦ ਬੁੱਤ 'ਚ ਵੀ ਜਣੇ ਮੋਟਾ ਡਾਢਾ ਮੈਂ ਸੀ। ਉਹਨਾਂ ਚਿਹਰੇ ਤੋਂ ਉਂਝ ਵੀ ਜਣੇ ਕੱਦ ਵੀ ਪੈਦਾ ਸੀ। ਉਹ ਆ ਕੇ ਮੇਰੇ ਕੋਲ ਬਹਿ ਗਈ, ਮੇਰੇ ਕੋਲ ਬੈਠ ਕੇ ਉਹਨੇ ਮੈਨੂੰ ਬਗਲ 'ਚ ਲੈ ਲਿਆ। ਉਹ ਮੈਨੂੰ ਸ਼ਰਮ ਆਵੇ, ਉਦੋਂ ਛੋਟਾ ਜਿਹਾ ਸੀ, ਅਤੇ ਉਹਨੇ ਮੈਨੂੰ ਪਰਸ ਜਿਹਾ ਕੱਢ ਲਿਆ, ਉਹਦੇ ਚਕਲੇਟ ਕੱਢੇ। ਉਹ ਹੁਣ ਮੇਰਾ ਨਾਂ ਆਉਂਦਾ। ਅਸੀਂ ਉਹਨੂੰ ਗੁੜ ਖਾਣ ਵਾਲੇ ਬੰਦੇ ਸੀ। ਉਹ ਚਕਲੇਟ ਕਦੇ ਦੇਖੇ ਨਹੀਂ ਸੀ ਵੀ ਇਹ ਕੀ ਚੀਜ਼ ਹੈ। ਉਹ ਮੈਂ ਕਿਹਾ ਵੀ ਉਂਝ ਜਾਂ ਕੋਈ ਫੱਟੀ ਫੁੱਟੀ ਜਾਂ ਕੋਈ ਦਿਖਾਉਂਦੀ ਹੈ। ਉਹਦੇ 'ਤੇ ਉਂਝ ਦੇਖੇ ਵੀ ਖੋਪੇ ਛੋਪੇ ਲੱਗੇ ਹੋਏ, ਦਾਖਾਂ ਲੱਗੀਆਂ ਹੋਈਆਂ, ਮੇਵਾ ਲੱਗਿਆ ਹੋਇਆ। ਅਤੇ ਉਹਨੇ ਫਿਰ ਮੈਨੂੰ ਜਾਣੇ ਉਹ ਥੋੜ੍ਹਾ ਉਰਦੂ ਜਾਣਦੀ ਸੀ। ਉਹ ਕਹਿੰਦੀ ਇਸ ਕੋ ਖਾਓ। ਉਹ ਮੈਂ ਖਾ ਕੇ ਦੇਖਿਆ ਤਾਂ ਬੜਾ ਮਜ਼ਾ ਆਇਆ। ਉਹ ਮੈਨੂੰ ਖਾਧਾ ਅਤੇ ਉਹਨੇ ਫਿਰ ਉਹ ਮੈਨੂੰ ਕਹਿੰਦੀ ਹੈ ਕਿ ਭਰਤੀ ਹੋਣਾ ਮੰਗਤਾ ਹੈ। ਅੱਛਾ, ਪਹਿਲਾਂ ਉਹਨੇ ਲੈਕਚਰ ਦਿੱਤਾ, ਉਹ ਬੂਟ ਮਿਲਣਗੇ, ਸੂਟ ਮਿਲਣਗੇ, ਉੱਤੇ ਸੂਟ ਪਹਿਨੋਗੇ, ਬੂਟ ਪਹਿਨੋਗੇ। ਉਹ ਕਾਫੀ ਲੈਕਚਰ ਦਿੱਤਾ। ਫਿਰ ਹੁਣ ਮੈਨੂੰ ਕਹਿੰਦੀ ਭਰਤੀ ਹੋਣਾ ਮੰਗਤਾ। ਮੈਂ ਕਿਹਾ ਹਾਂ। ਉਹ ਮੈਂ ਹਾਂ ਹੀ ਕੀਤਾ। ਉਹਨੇ ਇੱਕਦਮ ਦੀ ਚੱਕਿਆ, ਬਸਤਾ ਬੁਸਤਾ ਚੱਕਿਆ, ਮੈਨੂੰ ਟਰੱਕ 'ਚ ਜਾ ਕੇ ਬਿਠਾ ਤਾ। ਉਹ ਟਰੱਕ 'ਚ ਬਿਠਾਇਆ। ਟਰੱਕ 'ਚ ਬਿਠਾ ਕੇ ਹੋਰ ਵੀ ਜਿਹੜੇ ਮੁੰਡੇ ਸੀ ਦੂਸਰੀਆਂ ਸਿਆਸਤਾਂ ਤੋਂ ਲਾਏ। ਅਸੀਂ ਟੋਟਲ 17 ਬੱਚੇ ਜਿਹੜੇ ਸੀ ਉੱਥੋਂ ਜਾਣੀ ਉਹ ਪੂਰੇ ਸਕੂਲ 'ਚੋਂ ਆਏ। ਸਕੂਲ 'ਚੋਂ ਆਏ ਤਾਂ ਸਕੂਲ 'ਚ ਉਹਨਾਂ ਸਾਨੂੰ ਆ ਕੇ ਟਰੱਕ 'ਚ ਬਿਠਾਇਆ। ਕੋਈ ਉਹਨਾਂ ਨੇ ਗੱਲ ਹੀ ਨਹੀਂ ਸਾਡੇ ਨਾਲ ਕੀਤੀ। ਟਰੱਕ 'ਚ ਬਿਠਾ ਕੇ ਕੰਬਲ ਦਿੱਤਾ ਉੱਪਰ, ਕਹਿੰਦੇ ਲੇਟ ਜਾਓ। ਅਸੀਂ ਲੇਟ ਕੇ ਉਹਨਾਂ ਟਰੱਕ ਚਲਾ ਤਾ। ਬਸਤੇ ਬੁਸਤੇ ਸਾਡੇ ਕੋਲ ਹੀ ਉਹ ਚੱਲਦੇ ਰਹੇ। ਸੁਬਾਹ ਨੂੰ ਅਸੀਂ ਆ ਜਿਹੜਾ ਨੌਸ਼ਹਿਰਾ, ਜਿਹੜਾ ਹੁਣ ਸਾਡੇ ਪਾਕਿਸਤਾਨ 'ਚ ਆ ਗਿਆ, ਉਹਨੂੰ ਇਹ ਨੌਸ਼ਹਿਰਾ ਸੀ। ਇੱਥੇ ਸਿੱਖ ਰੈਜੀਮੈਂਟ ਸੈਂਟਰ ਸੀ, ਯਾਨੀ ਸੈਂਟਰ ਸੀ ਇੱਥੇ। ਅਸੀਂ ਇੱਥੇ ਆਏ ਤਾਂ ਰਾਤ ਨੂੰ ਇੱਥੇ ਪਹੁੰਚੇ। ਸਾਨੂੰ ਜਗਾਇਆ, ਅੱਗੇ ਗਏ ਤਾਂ ਉਹ ਗਏ ਤਾਂ ਅੱਗੇ ਬੱਚੇ ਮੇਰੇ ਹਜ਼ਾਰਾਂ ਦੀ ਤਾਦਾਦ 'ਚ ਉਹ ਬੱਚੇ ਸਾਡੇ ਹੋਰ, ਕਿਸੇ ਨੇ ਨਿੱਕਰ ਪਾਈ, ਕਿਸੇ ਕੱਛਾ ਪਾਇਆ ਵਾ, ਕਿਸੇ ਦੇ। ਅਸੀਂ ਵੀ ਚਲੇ ਗਏ। ਅਸੀਂ ਦੇਖੇ। ਉਹ ਸੁਬਾਹ ਨੂੰ ਜਦੋਂ ਉੱਠੇ ਨਾ, ਸਾਨੂੰ ਜਾਂਦਿਆਂ ਨੂੰ ਉਹਨਾਂ ਨੇ ਇੱਕ ਕੱਪ ਦਿੱਤਾ, ਉਹ ਦੁੱਧ ਦਾ ਨਾਲ ਬਿਸਕੁਟ ਦੇ ਪਤਾ ਨਹੀਂ ਕੌਣ ਹੁੰਦਾ, ਖਿਆਲ ਨਹੀਂ, ਜਾਣੀ ਖਾਣ ਨੂੰ ਦਿੱਤਾ ਕੁਛ। ਅਸੀਂ ਉਹ ਜਦੋਂ ਸੁਬਾਹ ਨੂੰ ਦੇਖੇ, ਅਸੀਂ ਉੱਠੇ ਨਾ, ਅਸੀਂ ਹੁਣ ਮੈਦਾਨੀ ਇਲਾਕੇ ਦੇ ਰਹਿਣ ਵਾਲੇ ਸੀ। ਉਹ ਪਹਾੜ ਦੇਖੇ ਚਾਰੋਂ ਤਰਫ। ਉਹ ਪਹਾੜ ਦੇਖ ਕੇ ਜਿਉਂ ਤੱਕ ਉਹਨਾਂ ਪਹਿਲੇ ਸਾਡੇ ਇੱਕ ਮੁੰਡੇ ਨੇ ਚੀਖ ਮਾਰੀ, ਜਿਉਂ ਅਸੀਂ ਵੀ ਲੱਗੇ ਰੋਣ। ਉਹ ਜਿੰਨੇ ਸਭ ਤੋਂ ਪਹਿਲਾਂ ਵੀ ਸੀ ਨਾ, ਕੋਈ ਮੇਰਾ ਖਿਆਲ 1100-1200 ਬੱਚਾ ਸੀ, ਉਹ ਸਾਰਿਆਂ ਨੇ ਚੀਖ ਝਗੜਾ ਮਾਰਦਾ, ਸਾਰੇ ਰੋਣ ਲੱਗ ਗਏ। ਖੈਰ ਉਹ ਜਿਹੜੇ ਟੀਚਰ ਸੀ ਉਦੋਂ ਮੁਸਲਮਾਨ ਵੀ ਸੀ, ਸਿੱਖ ਵੀ ਸੀ, ਜਿਹੜੇ ਮਤਲਬ ਸਾਨੂੰ ਪਰੇਡ ਤੇ ਸਿਖਾਉਂਦੇ ਸੀ। ਖੈਰ ਉਹ ਸਾਰੇ ਆਏ, ਸਾਨੂੰ ਖਬਰ ਕਰਾਇਆ। ਅਸੀਂ ਕਦੇ ਪਹਾੜ ਦੇਖੇ ਨਹੀਂ ਸੀ,
ਵੀ ਪਹਾੜ ਕਹੇ ਜਿਹੇ ਹੁੰਦੇ ਨੇ। ਅਤੇ ਖੈਰ ਜੀ ਦਿਨ ਚੜ੍ਹਿਆ ਤੋਂ ਸਾਨੂੰ ਉਹਨਾਂ ਨੇ ਇੱਕ ਕੱਪ ਦੁੱਧ ਦਾ ਅਤੇ ਨਾਲ ਪੂੜੀਆਂ ਦਿੱਤੀਆਂ, ਦੁੱਧ ਪੂੜੀਆਂ ਦਿੱਤੀਆਂ ਉਹ ਖਾਧੀਆਂ। ਉਸ ਤੋਂ ਬਾਅਦ ਦਿਨ ਚੜ੍ਹਿਆ ਸਾਨੂੰ ਉਹ ਗਰਾਊਂਡ 'ਚ ਲੈ ਕੇ, ਗਰਾਊਂਡ 'ਚ ਉਂਝ ਉਵੇਂ ਜਿਹੜੇ ਪਾਏ ਸੀ ਦੜਾਉਂਦੇ ਕਿਸੇ ਨੰਗੇ ਪੈਰੀ ਸੀ, ਕੋਈ ਚੱਪਲੀਆਂ ਜਿਸ ਤਰ੍ਹਾਂ ਜਿਹੜੇ ਪੈਰਾਂ 'ਚ ਪਾਏ ਸੀ ਉਹ ਚਲੇ ਗਏ। ਉਸ ਤੋਂ ਬਾਅਦ ਥੋੜ੍ਹਾ ਜਿਹਾ ਦਿਨ ਚੜ੍ਹਿਆ ਉਹ ਸਾਨੂੰ ਲੈ ਗਏ ਸਟੋਰ 'ਚ ਜਿੱਥੇ ਬਣਦੇ ਆ। ਉਹਨਾਂ ਸਾਨੂੰ ਜੋ ਕਹਿੰਦਾ ਜੁੱਤੇ ਦੇ ਅਤੇ ਪੀਟੀ ਜੋ ਨਾਪ ਦੇ ਫਿਰ ਵਰਦੀਆਂ ਦੇ ਦਿੱਤੇ 2 ਜੋੜੇ ਵਰਦੀਆਂ ਦੇ ਹਰ ਚੀਜ਼ ਉਹ ਦਿੱਤੇ, ਵਰਦੀਆਂ ਦਿੱਤੀਆਂ, ਹਰ ਚੀਜ਼ ਦਿੱਤੇ। ਫਿਰ ਇਹ ਸੀ ਕਿ ਸੁਬਾਹ ਨੂੰ ਸਾਨੂੰ ਉਹ ਉਠਾਉਂਦੇ ਸੀ, ਥੋੜ੍ਹਾ ਜਿਹਾ ਹਲਵਾ ਦਿੰਦੇ ਹੁੰਦੇ ਸੀ, 2 ਪੂੜੀਆਂ ਇਹ ਸੁਬਾਹ ਨੂੰ ਉਹਨਾਂ ਦਾ ਪੱਕਾ ਸੀ, 1 ਕੱਪ ਚਾਹ ਦਾ ਦੇਣਾ ਉਹਨਾਂ ਨੇ। ਉਸ ਤੋਂ ਬਾਅਦ ਫਿਰ ਬਾਹਰ ਲੈ ਜਾਂਦੇ ਸੀ ਪੀਟੀ ਗਰਾਊਂਡ 'ਚ ਦੜਾਉਂਦੇ ਸੀ। ਉਦੋਂ ਨਿੱਕਰਾਂ ਹੁੰਦੀਆਂ ਸੀ, ਨਿੱਕਰਾਂ ਪਾ ਕੇ ਜਾਂਦੇ ਸੀ ਅਤੇ ਦੌੜ ਕੇ ਆ ਕੇ ਅਤੇ ਫਿਰ ਆਉਣਾ। ਉਦੋਂ ਪਤਲੂਨਾਂ ਤਾਂ ਪਾਉਂਦੇ ਵੀ ਕੋਈ ਨਿੱਕਰ ਹੁੰਦੀ ਸੀ। ਫਿਰ ਉਹਨਾਂ ਨੂੰ ਲੈ ਜਾਣ, ਫਿਰ ਗਰਾਊਂਡ 'ਚ ਹੀ ਉੱਥੇ ਸਾਨੂੰ ਨਾਸ਼ਤਾ ਦਿੰਦੇ, ਉੱਥੇ ਹੀ ਆਪਣੇ ਚਾਹ ਅਤੇ ਪੂਰੀ ਦੇਣੇ ਬੱਚਿਆਂ ਨੂੰ। ਅਤੇ ਉਹ ਵੀ ਇੱਕ ਕਿਸਮ ਦਾ ਦੁੱਧ ਹੀ ਹੁੰਦਾ ਸੀ। ਉਹ ਦੁਪਹਿਰ ਨੂੰ ਆਉਂਦੇ ਸੀ, ਛੁੱਟੀ 11 ਵਜੇ ਛੁੱਟੀ ਹੁੰਦੀ ਸੀ ਆਉਣਾ। ਫਿਰ ਆ ਕੇ ਲੰਗਰ ਦੇ ਉੱਤੇ ਉਦੋਂ ਟੇਬਲ ਟੂਬਲ ਨੂੰ ਭੁੱਜੇ ਬਹਿ ਕੇ ਇੱਥੇ ਉਹ ਸਾਡੇ ਨਾਲੀਆਂ ਕੱਢ ਕੇ ਕਹਿੰਦਾ ਨਾਲੀ ਉਹਨੇ ਭੁੰਜੇ ਬਹਿ ਜਾਣਾ ਅਤੇ ਅੱਗੇ ਦਰਮਿਆਨ 'ਚ ਥੜੀ ਰੱਖੀ ਹੁੰਦੀ ਸੀ ਇੰਨੀ ਜਿਸ ਤਰ੍ਹਾਂ ਟੇਬਲ ਪਿਆ ਅਤੇ ਉਹਦੇ 'ਤੇ ਉਹ ਰੋਟੀ ਰਾਟੀ ਰੱਖਣੀ। ਉਦੋਂ ਸਿਲਵਰ ਦੇ 2 ਡੱਬੇ ਹੁੰਦੇ ਸੀ, ਸਿਲਵਰ ਦੇ ਉਹ ਕੁੰਡਿਆ ਹੁੰਦਾ ਸੀ, ਉਹ ਇੱਕ ਸਾਧਨ ਪਾਉਂਦੇ ਸੀ ਅਤੇ ਇੱਕ 'ਚੋਂ ਕੋਈ ਜਿਹੋ ਕੋਈ ਮਿੱਠੀ ਚੀਜ਼ ਹੋਣੀ ਜਾਂ ਉਹ ਪਾ ਦੇਣੀ। ਨਹੀਂ, ਰੋਟੀਆਂ ਜਿਹੜੀਆਂ ਸੀ ਉਹ ਹੱਥਾਂ 'ਚ ਪਕੜਨੀਆਂ ਪੈਂਦੀਆਂ। 3 ਰੋਟੀਆਂ ਦਿੰਦੇ ਹੁੰਦੇ ਸੀ, 3 ਮਰਜ਼ੀ 1 ਖਾ ਲਓ, 2 ਖਾ ਲਓ, ਜਿੰਨੀਆਂ ਮਰਜ਼ੀ ਖਾਓ। ਅੱਛਾ, ਉਸ ਤੋਂ ਬਾਅਦ ਫਿਰ ਉਹ ਅਸੀਂ ਛੁੱਟੀ ਇਹ ਸੀ। ਫਿਰ ਉਹਨਾਂ 11 ਵਜੇ ਸਕੂਲ ਲੱਗ ਰਿਹਾ ਸੀ ਸਾਡਾ, 11 ਵਜੇ ਸਕੂਲ 'ਚ ਇਹ ਸੀ ਕਿ ਉਹ ਪੜ੍ਹਾਉਂਦੇ ਸੀ ਜਿਸ ਤਰ੍ਹਾਂ ਕੇਂਦਰ ਕਾਲਜ ਨਹੀਂ ਪੜ੍ਹਾਉਂਦੇ, ਉਦੋਂ ਇਹ ਪੜ੍ਹਾਉਂਦੇ ਹੀ ਹੁੰਦੇ ਸੀ ਯਾਰ ਜੀ। ਅਤੇ ਉਹਨਾਂ 'ਚ ਸਾਰਿਆਂ ਮੁੰਡਿਆਂ ਤੋਂ ਮੈਂ ਪੜ੍ਹਿਆ ਹੋਇਆ ਸੀ, ਬਾਕੀ ਸਾਰੇ ਅਨਪੜ੍ਹ ਸੀ। ਅਤੇ ਮੈਨੂੰ ਫਿਰ 1944 'ਚ ਉਹਨਾਂ ਨੇ ਇੰਟੈਲੀਜੈਂਟ ਕੋਰਸ ਵਾਸਤੇ ਭੇਜਿਆ ਦੇਹਰਾਦੂਨ। ਉਦੋਂ ਸਿਰਫ ਇੰਡੀਆ ਦੇ ਵਿੱਚ ਇੰਟੈਲੀਜੈਂਟ ਸਕੂਲ ਇੱਕੋ ਹੀ ਸੀ, ਦੇਹਰਾਦੂਨ ਸੀ, ਬਾਕੀ ਕਿਤੇ ਨਹੀਂ ਸੀ। ਹੁਣ ਤਾਂ ਸਾਡੇ ਪਾਕਿਸਤਾਨ ਜਗ੍ਹਾ 'ਤੇ ਬਣੇ ਹੋਏ ਨੇ। ਬਾਬਾ ਜੀ ਤੁਹਾਡੀ ਤਾਰੀਖ ਪੈਦਾਇਸ਼ ਕੀ ਹੈ? ਮੈਂ ਜਦੋਂ ਭਰਤੀ ਹੋਇਆ ਨਾ 1909-10-43 ਨੂੰ, ਅੱਛਾ, ਉਦੋਂ ਮੇਰੀ 11 ਸਾਲ ਉਮਰ ਸੀ, ਕਾਗਜ਼ਾਂ ਦੇ ਵਿੱਚ 15 ਸਾਲ ਉਮਰ ਸੀ। ਨਹੀਂ, ਉਹ ਇਹ ਕੋਈ ਤਨਖਾਹ ਦਾ ਫਰਕ ਹੁੰਦਾ ਸੀ ਕਿ ਜਿਹੜੇ 11 ਸਾਲ ਦੇ ਬੱਚੇ ਹੁੰਦੇ ਸਨ ਉਹਨਾਂ ਦੀ ਤਨਖਾਹ ਹੋਰ ਅਤੇ 15 ਸਾਲ ਦੀ ਹੋਰ ਹੁੰਦੀ ਸੀ? ਉਹਨਾਂ 'ਚ ਇਹ ਸੀ ਕਿ ਉਹ ਪਹਿਲਾਂ ਤਾਂ ਮੇਰੀ ਉਹੀ ਲਿਖੀ ਹੋਈ ਸੀ 10 ਸਾਲ। ਉਹਨਾਂ ਨੂੰ ਜਿਹਦੀ 15 ਸਾਲ ਤੋਂ ਕਮ ਉਮਰ ਸੀ ਨਾ, ਉਹਨੂੰ 10 ਰੁਪਈਏ ਤਨਖਾਹ ਮਿਲਦੀ ਸੀ। ਅੱਛਾ, ਜਿਹਦੀ ਸੀ ਆਪਣਾ 10 ਸਾਲ ਤੋਂ ਉੱਪਰ, ਜਾਣੀ 15 ਸਾਲ ਉਮਰ, 15 ਸਾਲ ਤੋਂ ਉੱਪਰ ਹੁੰਦੀ ਸੀ, ਉਹਨੂੰ 18 ਰੁਪਈਏ ਤਨਖਾਹ ਮਿਲਦੀ ਸੀ। ਅਤੇ ਮੈਂ ਜਦੋਂ ਸੁਬਾਹ ਨੂੰ ਅਸੀਂ ਗਏ ਨਾ ਇੰਟਰਵਿਊ, ਕਾਗਜ਼ ਕਲਰਕ ਨੇ ਸਾਰੇ ਇਕੱਠੇ ਲੈ ਕੇ, ਉਹ ਸਾਡਾ ਜਿਹੜਾ ਉਸਤਾਦ ਸੀ ਇੱਕ ਸਿੱਖ ਸੀ, ਅਜੇ ਵੀ ਮੇਰੇ ਉਹਦਾ ਨਾਂ ਯਾਦ ਆ, ਮੇਰਾ ਖਿਆਲ ਮੋਹਨ ਸਿੰਘ ਸੀ ਕੀ ਸੀ, ਉਹ ਹੁਸ਼ਿਆਰਪੁਰ ਦਾ ਸੀ। ਅੱਛਾ, ਉਹ ਸਾਨੂੰ ਸਾਰਿਆਂ ਨੂੰ ਇਕੱਠੇ ਕਰਕੇ ਲੈ ਗਿਆ। ਉਹ ਕੈਪਟਨ ਸੀ ਇੱਕ ਸਿੱਖ, ਗੁਰਦੇਵ ਸਿੰਘ। ਉਹ ਮੈਨੂੰ ਹੁਣ ਕੀ ਪਤਾ ਸੀ, ਉਹ ਸਾਡੇ ਪਿੰਡ ਦਾ ਸੀ, ਸ਼ਹਿਰ ਦਾ ਸੀ, ਜਗਰਾਉਂ ਦਾ। ਹਾਂ, ਉਹ ਮੇਰੇ ਕਿਉਂ ਬਾਬਾ ਜੀ ਜਿਹੜੇ ਸਨ ਉਹ ਮੇਰੇ ਹੈਡ ਮਾਸਟਰ ਸਨ ਹਾਈ ਸਕੂਲ ਸੀ, ਉਹਨਾਂ ਕੋਲੋਂ ਪੜ੍ਹਿਆ ਹੋਇਆ ਸੀ। ਅੱਛਾ, ਉਹ ਜਦੋਂ ਮੇਰੀ ਬਾਕੀ ਲੈਂਦਾ ਗਿਆ, ਲਿਖਦਾ ਗਿਆ, 10 ਕਲਾਮ ਵਾਸਤੇ ਗਿਆ ਮੈਂ, ਉਹ ਪੜ੍ਹ 10 ਕਰੀ ਜਾਂਦਾ ਸੀ। ਉਹ ਕਲਰਕਾਂ ਨੇ ਜਿਹੜੀ ਫਾਈਲ ਬਣਾਈ, ਉਹ ਜਦੋਂ ਮੇਰੇ ਗਏ ਨਾ ਕਾਗਜ਼, ਅਤੇ ਉਹ ਕਹਿੰਦੇ ਇਸ ਮੁੰਡੇ ਨੂੰ ਬੁਲਾਓ। ਉਹਦਾ ਅੰਦਰ ਸੀ ਨਾ ਦਫ਼ਤਰ ਦੇ, ਅਸੀਂ ਤਾਂ ਬਾਹਰ ਬੈਠੇ ਸੀ, ਅਤੇ ਉਹਨੇ ਮੈਨੂੰ ਬੁਲਾਇਆ। ਮੈਨੂੰ ਬੁਲਾ ਕੇ ਨਾ ਉਹ ਜਿਹੜਾ ਸਿਪਾਹੀ ਸੀ ਉਹਨੂੰ ਕਹਿੰਦਾ ਕੁਰਸੀ ਅੱਗੇ ਕਰ। ਉਹ ਕੁਰਸੀ ਕਰਕੇ ਆਪਣੇ ਮੈਨੂੰ ਕੁਰਸੀ 'ਤੇ ਬਿਠਾ ਲਿਆ। ਸਾਰਾ ਮੈਨੂੰ ਪੁੱਛਿਆ ਕਿਸ ਦਾ ਪੁੱਤਰ ਹੈ, ਤੇਰੇ ਵਾਲਦ ਦਾ ਨਾਂ ਕੀ ਹੈ, ਅੱਛਾ ਤੁਹਾਡਾ ਘਰ ਕਿੱਥੇ ਹੈ। ਮੈਂ ਦੱਸਿਆ, ਉਹ ਸੀ ਸਾਡੇ ਪਿੰਡ ਦੇ, ਪਰ ਮੈਨੂੰ ਨਹੀਂ ਸੀ ਪਤਾ। ਉਹ ਜਿਹੜੇ ਕਾਗਜ਼ ਸੀ ਨਾ,
ਉਹ ਤੇ 10 ਰੁਪਏ ਦੀ ਤਨਖਾਹ। ਉਹ ਕਾਗਜ਼ ਫਾੜ ਦਿੱਤੇ ਉਹਨੇ ਕਾਗਜ਼ ਫਾੜ ਕੇ ਉਹ ਸਾਡੇ ਛੱਡ ਦਿੱਤੇ। ਅੱਛਾ ਉਹ ਕਲਰਕ ਨੂੰ ਕਹਿੰਦਾ ਫਾਰਮ ਹੋਰ ਲੈ ਕੇ ਆ। ਉਹਨੇ ਫਾਰਮ ਲੈ ਕੇ ਉਹਨੇ ਆਪਣੇ ਹੱਥ ਨਾਲ ਫਾਰਮ ਭਰੇ। ਉਹਨਾਂ ਫਾਰਮਾਂ ਦੇ ਉੱਤੇ ਮੇਰੀ ਉਮਰ ਲਿਖ ਦਿੱਤੀ 15 ਸਾਲ। यानी वो ताकि 18 रुपए तनख्वाह हो जाए 10 दिन की। हाँ मतलब मैं तुमने क्या भी साढ़े पिंड दा है। हाँ ਉਹ ਇਹੀ ਲਿਹਾਜ਼ ਕੀਤਾ ਨਾ, ਉਹਨੇ ਇਹੀ ਲਿਹਾਜ਼ ਕੀਤਾ ਵੀ ਸਾਡੇ ਪਿੰਡ ਦਾ। ਅੱਛਾ ਉਹਦੇ ਤੇ ਮੇਰੀ ਜਦੋਂ ਤਨਖਾਹ ਉਹਨੇ 15 ਸਾਲ ਲਿਖ ਦਿੱਤੀ। ਉਹ ਹੁਣ ਜਦੋਂ ਤਨਖਾਹ ਮਿਲਿਆ ਕਹਿੰਦਾ ਬਾਕੀ ਦਿਨ ਸਾਰਿਆਂ ਨੂੰ 10-10, ਮੇਰਾ ਕਹਿੰਦਾ ਕੋਈ 2-2.5-3 ਹਜ਼ਾਰ ਬੱਚਾ ਸੀ, ਉਹ ਸਾਰਿਆਂ ਨੂੰ 10-10 ਰੁਪਈਏ ਮਿਲਿਆ ਕਰੇ, ਮੈਨੂੰ 18 ਰੁਪਈਏ ਮਿਲਿਆ ਤੁਹਾਡੀ ਕਰੇ। ਜੇ ਕਿਸਮ ਦੀ ਡਬਲ ਹੋ ਗਈ। ਆਹੋ ਰੌਲੇ ਹੋਏ ਨਾ। ਮੌਜਾਂ ਲੱਗ ਗਈਆਂ। ਹਾਂ ਅੱਛਾ ਫਿਰ ਤੂੰ ਇਹ ਕਹਿਣ ਭਾਈ ਇਹਨੂੰ 18 ਮਿਲਦੀ ਹੈ ਸਾਨੂੰ। ਉਹ ਜਿਹੜੇ ਬਾਕੀ ਸੀ ਉਹ ਮੇਰਾ ਖਿਆਲ 4-5 ਹਜ਼ਾਰ ਬੱਚਾ ਸੀ, ਉਹ ਸਾਰੇ ਉਹ ਜਦੋਂ ਮੈਨੂੰ ਤਾਂ ਉਹਨਾਂ ਨੂੰ 10-10 ਰੁਪਈਏ ਮਿਲਣੇ ਅਤੇ ਮੈਨੂੰ 18 ਰੁਪਈਏ ਮਿਲਣੇ। ਉਹਨਾਂ ਨੇ ਕਿਹਾ ਵੀ ਇਹਨੂੰ ਕਿਉਂ ਮਿਲਦੀ ਆ ਹਰ ਚੀਜ਼। ਉਹ ਫਿਰ ਉਹਨੇ ਇਹ ਕੀਤਾ, ਉਹ ਜਿਹੜਾ ਸੀ ਉਹਨੇ ਇੱਕ ਮੈਨੂੰ ਇੱਕ ਉਸਤਾਦ ਰੱਖ ਦਿੱਤਾ। ਉਹ ਸਿਵਲੀਅਨ ਵੀ ਪੜ੍ਹਾਉਂਦੇ ਸੀ ਨਾ, ਉਹ ਜਿਹੜਾ ਮੈਨੂੰ ਰਾਤੀ 10 ਵਜੇ ਤੱਕ ਪੜ੍ਹਾਉਂਦਾ ਹੁੰਦਾ ਸੀ ਇਕੱਲੇ ਨੂੰ। ਸਭ ਤੋਂ ਪਹਿਲਾ ਕੋਰਸ ਉਹਨਾਂ ਜਾਣਾ ਸੀ ਇੰਟੈਲੀਜੈਂਟ ਵਾਸਤੇ ਕੋਰਸ, ਅਤੇ ਉਦੋਂ ਇੱਕੋ ਹੀ ਸਕੂਲ ਸੀ ਦੇਹਰਾਦੂਨ ਆਪਣੇ ਇੰਡੀਆ ਦੇ ਵਿੱਚ। ਇੰਟੈਲੀਜੈਂਟ ਸਕੂਲ ਸਿਰਫ ਇੱਕ ਸੀ। ਅੱਛਾ ਉਹਨੇ ਮੇਰਾ, ਹਾਲਾਂਕਿ ਉਹਨੂੰ ਭੇਜਦੇ ਨਹੀਂ ਸੀ ਕਿਸੇ ਨੂੰ, ਉਹਨੇ ਮੇਰਾ ਉਸ ਸਿੱਖ ਨੇ ਮੇਰਾ ਨਾਮ ਦਿੱਤਾ ਇਹਨੂੰ ਕੋਰਸ ਵਾਸਤੇ ਭੇਜੋ, ਇੰਟੈਲੀਜੈਂਟ ਕੋਰਸ ਕਰਕੇ ਆਵੇ। ਉਹਨੇ ਸੰਨ ਜ਼ਿਆਦਾ 1944 'ਚ ਮੈਨੂੰ ਦੇਹਰਾਦੂਨ ਭੇਜ ਦਿੱਤਾ। ਉੱਥੇ ਮੈਂ ਇੰਟੈਲੀਜੈਂਟ ਕੋਰਸ ਕੀਤਾ। ਇੰਟੈਲੀਜੈਂਟ ਕੋਰਸ ਕੀਤਾ ਮੇਰਾ ਖਿਆਲ ਕਰਨੇ 6 ਮਹੀਨੇ ਕੀਤਾ, ਪਤਾ ਨਹੀਂ ਕਿੰਨਾ ਕੀਤਾ। ਅੱਛਾ ਉੱਥੋਂ ਫਿਰ ਵਾਪਸ ਆ ਗਏ। ਅੱਛਾ ਵਾਪਸ ਆ ਗਏ। ਉਹ ਫਿਰ ਸਾਨੂੰ ਸਾਰਿਆਂ ਮੁੰਡਿਆਂ ਨੂੰ 5-5 ਗੋਲੀਆਂ ਲੈ ਗਏ ਰੇਂਜ ਦੇ ਉੱਤੇ, ਜਿੱਥੇ ਫਾਇਰ ਨਹੀਂ ਕਰਦੇ ਰੇਂਜ ਤੋਂ ਬਾਹਰ। ਉਹ 5-5 ਗੋਲੀਆਂ ਸਾਰਿਆਂ ਤੋਂ ਫਾਇਰ ਕਰਾਈਆਂ, ਫਿਰ 1944 ਦੇ ਵਿੱਚ ਸਾਨੂੰ ਇਹਨਾਂ ਨੇ ਉੱਥੋਂ ਨਸ਼ਹਿਰੋਂ ਬਿਠਾਇਆ ਸਿੱਧੇ ਲਿਆਏ ਕਲਕੱਤੇ, ਹਾਵੜਾ ਕਲਕੱਤਾ ਦਰਮਿਆਨ 'ਤੇ ਜਾਂਦਾ ਇੱਕ ਹਾਵੜਾ ਦਰਿਆ ਵਾ, ਉਹਦੇ ਪਰਲੇ ਪਾਸੇ ਕਲਕੱਤਾ ਅਤੇ ਹਾਵੜਾ ਸਟੇਸ਼ਨ ਉੱਤੇ ਅਸੀਂ ਉੱਥੇ ਕੈਂਪ ਬਣਿਆ ਸੀ। ਉੱਥੇ ਕੈਂਪ 'ਚ ਲੈ ਗਏ। ਸਾਡਾ ਇੱਕ ਜਿਹੜਾ ਸੂਬੇਦਾਰ ਸੀ ਸਿੱਧੀ ਰਣਜੀਤ ਸਿੰਘ ਸੀ, ਉਹ ਫਤਿਹ ਖਾਨ ਨਾਂ ਸੀ, ਉਹ ਸੀ ਵੀ ਹੈ ਫਤਿਹ ਨਗਰ ਦਾ। ਅਤੇ ਅੱਗੇ ਆ ਗਿਆ ਸਾਡਾ ਜੁਮੇ ਨੂੰ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਮੁਸਲਮਾਨ, ਅਸੀਂ 18 ਮੁਸਲਮਾਨ ਸੀ ਉਹਦੇ 'ਚ। ਉਹਨਾਂ ਕਿਹਾ ਵੀ ਜੁਮਾ ਆ ਗਿਆ ਸੀ, ਜੁਮਾ ਪੜ੍ਹਨਾ, ਬਾਕੀ ਸਿੱਖ ਸਨ ਸਾਡੇ ਨਾਲ। ਕਿਹੜੀ ਆ ਤੁਹਾਡੀ ਸਿੱਖ ਰੈਜੀਮੈਂਟ ਸੀ ਕਿ 18 ਸਿਰਫ? 11 ਸਿੱਖ 11 ਸਿੱਖ ਰੈਜੀਮੈਂਟ। ਜ਼ਿਆਦਾ ਸਿੱਖ ਸੀ ਤੇ 18 ਮੁਸਲਮਾਨ ਸੀ ਸਿਰਫ ਸਿਪਾਹੀ? ਨਹੀਂ ਹਾਂ ਉਹ ਜਿਹੜੀ ਰੈਜੀਮੈਂਟ ਸੀ ਨਾ ਉਹ ਤਾਂ ਜਿਹੜੀ ਸਾਡੀ ਜਿਹੜੇ ਅਸੀਂ ਜਾ ਰਹੇ ਸੀ ਉਹ 45 ਮੁੰਡੇ ਸੀ। ਅੱਛਾ 45 'ਚ ਅਸੀਂ 18 ਮੁਸਲਮਾਨ ਸੀ। ਅੱਛਾ ਮੁਸਲਮਾਨ। ਅੱਛਾ ਤੇ ਬਾਕੀ ਉਹ ਸਾਰੇ ਸਿੱਖ। ਅੱਛਾ ਜਾਨੀ ਸੀ ਪੰਜਾਬੀ ਹੋਈ, ਸਿਰਫ ਸਿੱਖ ਹੀ ਉਹ ਮੁਸਲਮਾਨ ਉਹ ਵੀ ਪੰਜਾਬੀ ਸੀ, ਔਰ ਸਿੱਖ ਦਾ ਸੀ ਪੰਜਾਬ ਦੇ। ਅਤੇ ਉੱਥੇ ਉਹਨਾਂ ਨੇ ਕਿਹਾ ਵੀ ਉਦੋਂ ਇਹ ਸੀ ਸਿਵਲ 'ਚ ਨਹੀਂ ਸੀ ਜਾਣ ਦਿੰਦੇ, ਯਾਨੀ ਆਰਡਰ ਹੁੰਦਾ ਸੀ ਕਿ ਫੌਜੀ ਆਦਮੀ ਕਿਸੇ ਬਾਹਰ ਬਾਜ਼ਾਰ ਨਹੀਂ ਜਾ ਸਕਦਾ। ਜਿੱਥੇ ਫੌਜੀ ਹੁੰਦੇ ਹੁਣ ਵੀ ਹੁੰਦਾ ਤਾਰਾਂ ਲੱਗੀਆਂ, ਤਾਰਾਂ ਦੇ ਅੰਦਰ ਹੀ ਰਹਿਣਗੇ, ਕਿਸੇ ਸਿਵਲੀਅਨ ਨਾਲ ਨਹੀਂ ਤੁਸੀਂ ਮਿਲ ਸਕਦੇ, ਯਾਨੀ ਪ੍ਰਾਈਵੇਟ ਬੰਦੇ ਨਾਲ। ਉਹਨਾਂ ਕਿਹਾ ਜੀ ਨਾਲ ਆਹ ਤਾਰਾਂ ਦੇ ਨਾਲ ਮਸਜਿਦ ਸੀ। ਉਹਨਾਂ ਕਿਹਾ ਵੀ ਅਸੀਂ ਜੁਮਾ ਪੜ੍ਹਨ ਜਾਣਾ। ਉਹ ਸਾਡੇ ਸੂਬੇਦਾਰ ਨੇ ਕਿਹਾ, ਅਤੇ ਉਹਨੇ ਕਿਹਾ ਸਾਡਾ ਜਿਹੜਾ ਮੇਜਰ ਸੀ ਇੱਕ ਮੇਰੇ ਨਾਂ ਅਜੇ ਤੱਕ ਯਾਦ, ਉਹਦਾ ਨਾਂ ਸੀ ਡੋਲਨਸਨ। ਅਤੇ ਉਹਨੇ ਕਿਹਾ ਵੀ ਮੈਂ 2IC ਤੋਂ ਪੁੱਛ ਕੇ ਦੱਸਾਂਗਾ ਕਰਨਲ ਸਾਹਿਬ ਜਿਹੜੇ ਮੇਜਰ, ਜਿਹੜਾ ਸੀਨੀਅਰ ਮੇਜਰ ਸੀ। ਉਹਨੂੰ ਪੁੱਛਿਆ, ਉਹ ਕਹਿੰਦਾ ਨਹੀਂ ਮੈਂ ਕਰਨਲ ਸਾਹਿਬ ਨੂੰ ਪੁੱਛ ਕੇ ਦੱਸਾਂਗਾ। ਕਰਨਲ ਨੂੰ ਵੀ ਆਡਰ, ਉਹਨੇ ਕਿਹਾ ਨਹੀਂ ਬ੍ਰਿਗੇਡੀਅਰ ਸਾਹਿਬ ਨੂੰ ਪੁੱਛਾਂਗੇ। ਬ੍ਰਿਗੇਡੀਅਰ ਨੂੰ ਵੀ ਉਹਨੇ ਕਿਹਾ ਵੀ ਸਾਡਾ ਜੁਮੇ ਦਾ ਟਾਈਮ ਹੁੰਦਾ। ਹਾਂ ਉਹਨਾਂ ਨੇ ਕਿਹਾ ਨਹੀਂ ਇੱਕਦਮ ਜਨਰਲ ਸਾਹਿਬ, ਉਹਨਾਂ ਕਿਹਾ ਬ੍ਰਿਗੇਡੀਅਰ ਨੂੰ ਕਿਹਾ, ਬ੍ਰਿਗੇਡੀਅਰ ਨੇ ਕਿਹਾ ਵੀ ਜਨਰਲ ਸਾਹਿਬ ਨੂੰ ਪੁੱਛ ਕੇ ਦੱਸਦਾ।
ਉਹ ਡਾਕਟਰ ਸਾਹਿਬ ਨੂੰ ਪੁੱਛਿਆ, ਉਹਨਾਂ ਕਿਹਾ ਨਹੀਂ ਇਹ ਬਾਹਰ ਨਹੀਂ ਜਾ ਸਕਦੇ, ਇਹਨਾਂ ਵਾਸਤੇ ਹੁਣੇ ਹੀ ਇੰਤਜ਼ਾਮ ਕਰੋ, ਅੰਦਰ ਸਫਰ ਬਣਾਓ, ਅੰਦਰ ਮਸਜਿਦ ਦਾ ਇੰਤਜ਼ਾਮ ਕਰੋ, ਮੌਲਵੀ ਲਿਆਓ ਕਲਕੱਤੇ ਸ਼ਹਿਰ 'ਚੋਂ, ਕਲਕੱਤੇ ਸ਼ਹਿਰ 'ਚੋਂ ਮੌਲਵੀ ਲਿਆਓ, ਲਿਆ ਕੇ ਅੰਦਰ ਪਹੁੰਚੇ, ਤਾਰਾਂ ਤੋਂ ਬਾਹਰ ਨਹੀਂ ਜਾ ਸਕਦੇ। ਉਹ ਸਾਡੇ ਵਾਸਤੇ ਉਹਨਾਂ ਨੇ ਸਪੈਸ਼ਲ ਦਰੀਆਂ ਖਰੀਦ ਕੇ ਲਿਆਂਦੀਆਂ, ਅਤੇ ਲੇਕਿਨ ਉਹ ਮੌਲਵੀ ਲਿਆਏ, ਬੰਗਾਲੀ ਸੀ ਉਹ ਬੰਗਾਲੀ ਉਹ ਜਾ ਕੇ ਜੁਮਾ ਸਾਨੂੰ ਉੱਥੇ ਅੰਦਰ ਪੜ੍ਹਾਇਆ।